ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਉਹਦਾ 10ਵਾਂ ਲੈਸਨ ਅ ਹੋਲ ਇਨ ਦ ਫੈਂਸ ਯਾਨੀ ਕਿ ਵਾੜ ਦੇ ਵਿੱਚ ਜਿਹੜੀ ਬਾਹਰ ਫੈਂਸ ਲਾਈ ਹੁੰਦੀ ਹੈ ਨਾ ਗਰਾਊਂਡ ਨੂੰ ਕਵਰ ਕਰਨ ਦੇ ਲਈ ਉਹਦੇ ਵਿੱਚ ਇੱਕ ਮੋਰੀ ਸੀ। ਚਲੋ ਦੇਖਦੇ ਹਾਂ ਕੀ ਕਹਾਣੀ ਹੈਗੀ ਹੈ। ਪ੍ਰੀ ਰੀਡਿੰਗ डिक्शनरी रेफरेंस लर्निंग न्यू वर्ड्स नवे शब्द सीखांगे एक्टिविटी दिती हुई है लुक अप द फॉलोइंग वर्ड्स फ्रेजेस इन अ डिक्शनरी आ जिहड़े शब्द हैगे ने इन्हां दा मतलब आपां डिक्शनरी च देखना हैगा यू शुड सीक द फॉलोइंग इन्फॉर्मेशन अबाउट द वर्ड्स ते शब्दां बारे तुसी ये सारी जानकारी इकट्ठी करनी है एंड पुट दैम इन योर वर्ड्स नोटबुक ते अपनी वर्ड्स नोटबुक दे विच तुसी लिखना है जिहदे विच तुसी नवे शब्द जिहड़े हैगे ने ओह जोड़दे हैगे हो। केड़ी-केड़ी जानकारी इकट्ठी करनी है। पहली गल मीनिंग ऑफ द वर्ड एज यूज्ड इन द स्टोरी कहानी विच इस वर्ड दा की मतलब है शब्द दा की मतलब है कि यह एक एडजेक्टिव हैगा विशेषण हैगा नाउन नाम हैगा या वर्ब हैगा कहने दा मतलब क्रिया या कुछ होर। दूजी गल प्रोनाउंसिएशन उच्चारण किवें करना है। द टीचर में रेफर टू द डिक्शनरी और द मोबाइल फोन फॉर करेक्ट प्रोनाउंसिएशन ਇਹਦਾ ਸਹੀ ਉਚਾਰਨ ਕਰਨ ਦੇ ਲਈ ਅਧਿਆਪਕ ਜਾਂ ਤਾਂ ਮੋਬਾਈਲ ਫੋਨ ਵਰਤ ਸਕਦੇ ਨੇ ਜਾਂ ਫਿਰ ਡਿਕਸ਼ਨਰੀ। ਤੇ ਤੀਜੀ ਗੱਲ ਸਪੈਲਿੰਗਸ। ਚਲੋ ਸ਼ੁਰੂ ਕਰਦੇ ਹਾਂ ਆਪਾਂ ਸਭ ਤੋਂ ਪਹਿਲੇ ਵਰਡ ਤੋਂ। ਇਹਨੂੰ ਆਪਾਂ ਇੰਗਲਿਸ਼ ਕਹੀਦਾ ਫੈਂਸ। ਇਹ ਇੱਕ ਨਾਉਨ ਹੈਗਾ। ਹੁਣ ਫੈਂਸ ਕੀ ਹੁੰਦੀ ਹੈ ਪੰਜਾਬੀ ਚ ਵਾੜ ਕਹੀਦਾ। ਇਹਦਾ ਮਤਲਬ ਹੈ ਜੇ ਇਹ ਤੁਹਾਡਾ ਪਾਰਕ ਹੈਗਾ ਜਾਂ ਤੁਸੀਂ ਕਹਿ ਸਕਦੇ ਹੋ ਤੁਹਾਡਾ ਲੌਨ ਹੈ ਗਰਾਊਂਡ ਹੈਗਾ ਇਹਦੇ ਚਾਰ ਦੀਵਾਰੀ ਤੁਸੀਂ ਇੱਕ ਲੱਕੜ ਦੀ ਤੁਸੀਂ ਕਹਿ ਸਕਦੇ ਹੋ ਬਾਉਂਡਰੀ ਸੈੱਟ ਕੀਤੀ ਹੁੰਦੀ ਹੈ ਜਾਂ ਫਿਰ ਤਾਰਾਂ ਨਾਲ ਇੱਕ ਬਾਉਂਡਰੀ ਸੈੱਟ ਕੀਤੀ ਹੁੰਦੀ ਹੈ ਤਾਂ ਕਿ ਜਾਨਵਰ ਜਾਂ ਬਾਹਰਲੇ ਲੋਕ ਬਾਹਰ ਰਹਿਣ ਹੈ ਨਾ ਉਹਨੂੰ ਆਪਾਂ ਕੀ ਕਹੀਦਾ ਇੱਕ ਫੈਂਸ ਕਹੀਦਾ ਵੀ ਇਹ ਜਿਹੜਾ ਲੌਨ ਹੈਗਾ ਪਾਰਕ ਹੈਗਾ ਇਹ ਫੈਂਸਡ ਹੈ। ਅਗਲਾ ਵਰਡ ਐਡਵਾਈਜ਼ਡ ਇਹ ਇੱਕ वर्ब हैगा। एडवाइस का मतलब हुंदा है सलाह देनी। नेक्स्ट कंट्रोल ये भी एक नाउन हैगा। कंट्रोल का मतलब तो सानू सारियां नू ही पता है भी की हुंदा है किसी उत्ते आपां जद कब्जा भी नहीं कह सकते पर किसी नू ठीक करना कंट्रोल करना है ना। दूजी गल हैमर। हैमर जी एक नाउन हैगा जे ये एक टूल दे वाजो वरत्या जाता है ठीक है। ज्यादातर तुसी देखिया होना भी जेड़े पेचकस जे हुंदे ने उन्हां नू अंदर धसन दे लई आपां हैमर दा इस्तेमाल करदे आ ना हथौड़ी जिन्नू आपां पंजाबी च कहीदा ओ हैगा हैमर। अगला एक्सेप्ट ये एक वर्ब हैगा इहदा पंजाबी च मतलब हुंदा है स्वीकार करना। नेक्स्ट डिक्रीज। डिक्रीज दा मतलब हुंदा है घटाना। ਇਹ ਇੱਕ ਵਰਬ ਦੇ ਤਰੀਕੇ ਨਾਲ ਵੀ ਵਰਤਿਆ ਜਾਂਦਾ ਹੈ ਤੇ ਕਈ ਵਾਰ ਇਹ ਨਾਉਨ ਦੇ ਕੰਮ ਵੀ ਆਉਂਦਾ ਹੈ ਠੀਕ ਹੈ। ਇਹਦਾ ਉਲਟਾ ਹੁੰਦਾ ਹੈ ਡਿਕਰੀਜ਼ ਦਾ ਆਪੋਜ਼ਿਟ ਹੁੰਦਾ ਹੈ ਇਨਕਰੀਜ਼ ਠੀਕ ਹੈ ਵਧਾਣਾ। ਨੈਕਸਟ ਵਰਡ ਸਾਡੇ ਕੋਲ ਹੈਗਾ ਡਿਸਕਵਰ। ਹੁਣ ਦੇਖੋ ਡਿਸਕਵਰ ਜਿਹੜਾ ਵਰਡ ਹੈਗਾ ਉਹ ਇੱਕ ਵਰਬ ਹੈਗਾ ਤੇ ਇਹਦਾ ਮਤਲਬ ਪੰਜਾਬੀ ਚ ਹੁੰਦਾ ਹੈ ਕਿਸੇ ਚੀਜ਼ ਦੀ ਖੋਜ ਕਰਨੀ। ਨੈਕਸਟ ਵਰਡ ਟੈਂਪਰ। ਪੰਜਾਬੀ ਚ ਇਹਨੂੰ ਕਿਹਾ ਜਾਂਦਾ ਹੈ ਗੁੱਸਾ ਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਟੈਂਪਰ ਕਿਹਾ ਜਾਂਦਾ ਹੈ ਤੇ ਇਹ ਇੱਕ ਨਾਉਨ ਹੈਗਾ। ਨੈਕਸਟ ਸਕਾਰ। ਦੇਖੋ ਸਕਾਰ ਦਾ ਵੈਸੇ ਮਤਲਬ ਹੁੰਦਾ ਹੈ ਦਾਗ ਲੱਗਣਾ ਹੈ ਨਾ ਜਾਂ ਫਿਰ ਜਦ ਕੋਈ ਚੋਟ ਲੱਗ ਜਾਂਦੀ ਹੈ ਤਾਂ ਵੀ ਸਕਾਰ ਲੱਗ ਜਾਂਦਾ ਹੈ ਤੇ ਆਪਾਂ ਉਹਨੂੰ ਕਹਿ ਸਕਦੇ ਹਾਂ ਇੱਕ ਤਰੀਕੇ ਦਾ ਮਾਰਕ ਹੈ ਨਾ। ਦਾਗ ਮਤਲਬ ਮਾਰਕ ਜਿਹੜਾ ਸਕਿਨ ਤੇ ਲੱਗਿਆ ਹੁੰਦਾ ਹੈ ਇਹ ਜੀ ਇੱਕ ਨਾਉਨ ਹੈਗਾ NOUN ਨਾਉਨ। ਨੈਕਸਟ ਵੂੰਡ ਇਹ ਇੱਕ ਨਾਉਨ ਹੈਗਾ ਤੇ ਇਹਦਾ ਮਤਲਬ ਹੁੰਦਾ ਹੈ ਜਦ ਕਿਸੇ ਨੂੰ ਜ਼ਖਮ ਆ ਜਾਂਦਾ ਉਹਨੂੰ ਆਪਾਂ ਕਹੀਦਾ ਵੂੰਡ ਲੱਗੀ ਹੈ। ਅੱਗੇ ਚੱਲਦੇ ਹਾਂ ਰੀਡਿੰਗ ਵੱਲ। ਲੈਟ ਅਸ ਰੀਡ ਦ ਸਟੋਰੀ। ਚਲੋ ਕਹਾਣੀ ਪੜ੍ਹਦੇ ਹਾਂ। ਅ ਹੋਲ ਇਨ ਦ ਫੈਂਸ ਵਾੜ ਦੇ ਵਿੱਚ ਇੱਕ ਛੋਟਾ ਜਿਹਾ ਜਾਂ ਆਪਾਂ ਕਹਿ ਸਕਦੇ ਇੱਕ ਮੋਰੀ ਹੋਈ ਸੀ। Once there was a little boy who lived with his parents in a village. ਇੱਕ ਵਾਰ ਇੱਕ ਛੋਟਾ ਜਿਹਾ ਮੁੰਡਾ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੇ ਮਾਪਿਆਂ ਨਾਲ ਰਹਿੰਦਾ ਸੀ। His parents were worried because he had a bad temper. ਉਸਦੇ ਮਾਪੇ ਚਿੰਤਿਤ ਸਨ ਕਿਉਂਕਿ ਉਸਦਾ ਸੁਭਾਅ ਬਹੁਤ ਬੁਰਾ ਸੀ ਯਾਨੀ ਉਹਨੂੰ ਬਹੁਤ ਗੁੱਸਾ ਆਉਂਦਾ ਸੀ ਬੱਚੇ ਨੂੰ। He had no friends because he always used bad language in a fit of anger.
ਤੇ ਉਸਦੇ ਕੋਈ ਦੋਸਤ ਨਹੀਂ ਸਨ ਕਿਉਂਕਿ ਉਹ ਗੁੱਸੇ ਵਿੱਚ ਹਮੇਸ਼ਾ ਮਾੜੀ ਭਾਸ਼ਾ ਦਾ ਹੀ ਵਰਤੋਂ ਕਰਦਾ ਸੀ। ਫਿਟ ਆਫ ਐਂਗਰ ਮਤਲਬ ਗੁੱਸੇ ਵਿੱਚ। His parents advised him many times to control his anger, but he did not pay attention. ਉਸਦੇ ਮਾਤਾ ਪਿਤਾ ਨੇ ਉਸਨੂੰ ਕਈ ਵਾਰ ਗੁੱਸੇ ਤੇ ਕਾਬੂ ਰੱਖਣ ਦੀ ਸਲਾਹ ਦਿੱਤੀ, ਪਰ ਉਸਨੇ ਕਦੇ ਵੀ ਧਿਆਨ ਨਹੀਂ ਦਿੱਤੀ ਉਹਨਾਂ ਦੀ ਸਲਾਹ ਵੱਲ। The father kept thinking and then he got an idea. ਤੇ ਪਿਤਾ ਜੀ ਬਾਰ-ਬਾਰ ਇਸ ਗੱਲ ਬਾਰੇ ਸੋਚਦੇ ਰਹਿੰਦੇ ਸੀ ਵੀ ਮੁੰਡੇ ਨੂੰ ਕਿੱਦਾਂ ਸਮਝਾਣ, ਤੇ ਅਖੀਰਕਾਰ ਉਹਨਾਂ ਨੂੰ ਇੱਕ ਆਈਡੀਆ ਆਇਆ, ਇੱਕ ਵਿਚਾਰ ਆਇਆ। The next day the father gave him a bag of nails and a hammer. ਤੇ ਅਗਲੇ ਹੀ ਦਿਨ ਉਸਦੇ ਪਿਤਾ ਜੀ ਨੇ ਉਸਨੂੰ ਮੁੰਡੇ ਨੂੰ ਇੱਕ ਪੂਰਾ ਥੈਲਾ ਜਿਹੜਾ ਹੈਗਾ ਇੱਕ ਹਥੌੜੀ ਦਿੱਤੀ ਤੇ ਉਹਦੇ ਵਿੱਚ ਨੇਲਸ ਪਾ ਦਿੱਤੇ, ਜਿਹਨੂੰ ਆਪਾਂ ਪੇਚਕਸ ਕਹੀਦਾ ਨਾ, ਉਹ ਨੇਲਸ, ਜਾਂ ਤੁਸੀਂ ਜਿਵੇਂ ਚਾਰਟ ਲਾਉਂਦੇ ਹੋ ਜਿਹੜੇ ਪਿੰਸ ਦੇ ਨਾਲ, ਉਹ ਵੀ ਨੇਲਸ ਹੁੰਦੇ ਨੇ। He said to him, every time you lose your temper, you must hammer a nail into the back of the fence. ਤੇ ਉਸਦੇ ਪਿਤਾ ਜੀ ਨੇ ਮੁੰਡੇ ਨੂੰ ਕਿਹਾ ਵੀ ਜਦੋਂ ਵੀ ਤੁਹਾਨੂੰ ਗੁੱਸਾ ਆਏ ਤੁਸੀਂ ਕੀ ਕਰਨਾ ਹੈ, ਹਥੌੜੀ ਲੈ ਕੇ ਜਾਣੀ ਹੈ ਤੇ ਪਿੱਛੇ ਆਪਣੀ ਜਿਹੜੀ ਵਾੜ ਹੈਗੀ ਹੈ, ਜਿਹੜੀ ਬਾਉਂਡਰੀ ਹੈਗੀ ਹੈ, ਉਹਦੇ ਵਿੱਚ ਜਾ ਕੇ ਇੱਕ ਜਿਹੜਾ ਕਿਲ ਹੈਗਾ ਉਹ ਤੁਸੀਂ ਉਹ ਹੈਮਰ ਦੇ ਨਾਲ ਲਾ ਦੇਣਾ, ਫਿਕਸ ਕਰ ਦੇਣਾ। The boy accepted the task happily. ਤੇ ਜਿਹੜਾ ਕੰਮ ਸੀ ਮੁੰਡੇ ਨੇ ਖੁਸ਼ੀ ਨਾਲ ਸਵੀਕਾਰ ਲਿਆ। Every time the boy felt angry, he ran to the fence and drove a nail into it. ਹਰ ਵਾਰ ਜਦ ਮੁੰਡੇ ਨੂੰ ਗੁੱਸਾ ਆਉਂਦਾ ਸੀ ਉਹ ਵਾੜ ਵੱਲ ਭੱਜਦਾ ਸੀ ਅਤੇ ਉਸਦੇ ਵਿੱਚ ਜਾ ਕੇ ਇੱਕ ਕਿਲ ਲਾ ਦਿੰਦਾ ਸੀ। The first day the boy had driven 30 nails into the fence. ਤੇ ਪਹਿਲੇ ਦਿਨ ਉਸ ਮੁੰਡੇ ਨੇ ਉਸ ਵਾੜ ਦੇ ਵਿੱਚ 30 ਜਿਹੜੇ ਹੈਗੇ ਨੇ ਨੇਲਸ ਜਿਹੜੇ ਹੈਗੇ ਨੇ ਉਹ ਫਿਕਸ ਕਰ ਦਿੱਤੇ ਸੀ, ਮਾਰੇ ਸੀ, ਯਾਨੀ ਉਹਨੂੰ 30 ਵਾਰ ਗੁੱਸਾ ਆਇਆ ਸੀ। After a few days the number of nails started decreasing. ਤੇ ਕੁਝ ਦਿਨਾਂ ਬਾਅਦ ਜਿਹੜੇ ਕਿਲ ਸੀ ਜੋ ਉਹਨੇ ਲਾਣੇ ਸੀ ਉਹ ਘਟਣ ਲੱਗ ਗਏ ਜਾਂ ਘਟਦੇ ਗਏ। Over the next few weeks, he discovered that it was easier to control his anger than to drive those nails into the fence. ਤੇ ਅਗਲੇ ਕੁਝ ਹਫ਼ਤਾਂ ਦੇ ਵਿੱਚ ਉਹਨੂੰ ਇਹ ਸਮਝ ਆ ਗਈ ਵੀ ਗੁੱਸੇ ਤੇ ਕਾਬੂ ਕਰਨਾ ਸਗੋਂ ਜ਼ਿਆਦਾ ਸੌਖਾ ਹੈ ਇਹਦੇ ਨਾਲੋਂ ਕਿ ਉਹ ਜਾ ਕੇ ਭੱਜ ਕੇ ਇਹਦੇ ਵਿੱਚ ਕਿਲ ਜਿਹੜੀ ਹੈ ਉਹ ਲਾ ਕੇ ਆਏ। ਆ ਦੇਖੋ ਆ ਹੈਮਰ ਹੁੰਦਾ। Finally the day came when the boy did not lose his temper at all. ਤੇ ਅੰਤ ਵਿੱਚ ਉਹ ਦਿਨ ਆ ਗਿਆ ਜਦੋਂ ਲੜਕੇ ਨੇ ਆਪਣਾ ਆਪਾ ਜਿਹੜਾ ਹੈ ਉਹ ਖੋਣਾ ਬਿਲਕੁਲ ਬੰਦ ਕਰਤਾ ਸੀ। ਕਹਿਣ ਦਾ ਭਾਵ ਉਹਨੂੰ ਬਿਲਕੁਲ ਗੁੱਸਾ ਨਹੀਂ ਆ ਰਿਹਾ ਸੀ। He had not hammered any nail into the fence. ਉਹਨੇ ਉਸ ਦਿਨ ਵਾੜ ਦੇ ਵਿੱਚ ਇੱਕ ਵੀ ਕਿਲ ਨਹੀਂ ਵਾਰਿਆ ਸੀ। He told his father about it. ਤੇ ਗੱਲ ਉਹਨੇ ਜਾ ਕੇ ਆਪਣੇ ਪਿਤਾ ਜੀ ਨੂੰ ਦੱਸੀ। The father gave him one more task to do. ਤੇ ਤੋਂ ਬਾਅਦ ਉਸਦੇ ਪਿਤਾ ਜੀ ਨੇ ਉਸਨੂੰ ਇੱਕ ਹੋਰ ਕੰਮ ਕਰਨ ਲਈ ਕਿਹਾ ਜਦ ਉਹਨੇ ਗੱਲ ਜਾ ਕੇ ਦੱਸੀ। He asked the boy to pull out one nail for each day that he was able to hold his temper. और ਉਸਦੇ ਪਿਤਾ ਜੀ ਨੇ ਉਹਨੂੰ ਇਹ ਕਿਹਾ ਕਿ ਬੇਟਾ ਹਰ ਰੋਜ਼ ਤੁਸੀਂ ਇੱਕ ਜਿਹੜਾ ਕਿਲ ਹੈਗਾ ਉਹਨੂੰ ਕੱਢਣਾ ਹੈ, ਜਿਹੜੇ ਦਿਨ ਤੁਹਾਨੂੰ ਗੁੱਸਾ ਨਹੀਂ ਆਉਂਦਾ ਉਸੇ ਦਿਨ ਉਸ ਕਿਲ ਨੂੰ ਤੁਸੀਂ ਕੱਢਣਾ। The days passed and the little boy was finally able to tell his father that all the nails were gone. ਦਿਨ ਨਿਕਲਦੇ ਗਏ ਤੇ ਫਾਈਨਲੀ ਅਖੀਰਕਾਰ ਉਹ ਦਿਨ ਆ ਗਿਆ ਜਦੋਂ ਉਹਨੇ ਸਾਰੇ ਜਿਹੜੇ ਕਿਲ ਸੀਗੇ ਇੱਕ ਇੱਕ ਕਰਕੇ ਇੱਕ ਦਿਨ ਕੱਢ ਲਏ ਸੀ ਬਾਹਰ। The father led the little boy to the fence. ਉਸ ਤੋਂ ਬਾਅਦ ਜਿਹੜੇ ਪਿਤਾ ਜੀ ਸੀ ਉਹ ਛੋਟੇ ਮੁੰਡੇ ਨੂੰ ਵਾੜ ਵੱਲ ਲੈ ਗਏ ਜਿੱਥੇ ਉਹਨੇ ਕਿਲ ਮਾਰੇ ਸੀ। He said, You have done well, my son. ਤੇ ਪਿਤਾ ਜੀ ਨੇ ਕਿਹਾ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਬੇਟਾ। Now look at these holes in the fence. ਹੁਣ ਆ ਦੇਖੋ ਆ ਜਿਹੜੇ ਕਿਲ ਤੁਸੀਂ ਕੱਢ ਲਏ ਉਸ ਤੋਂ ਬਾਅਦ ਛੇਦ ਰਹਿ ਜਾਂਦਾ ਹੈ ਨਾ ਫੈਂਸ ਦੇ ਵਿੱਚ, ਇਹਨੂੰ ਧਿਆਨ ਨਾਲ ਦੇਖੋ। The fence will never be the same again. ਹੁਣ ਜਿਹੜੀ ਫੈਂਸ ਹੈਗੀ ਹੈ, ਵਾੜ ਹੈਗੀ, ਉਹ ਪਹਿਲੇ ਵਰਗੀ ਥੋੜੀ ਰਹੇਗੀ ਜਿਹਦੇ ਵਿੱਚ ਇੱਕ ਵੀ ਛੇਦ ਨਾ ਹੋਏ। ਇਹਦੇ ਵਿੱਚ ਤਾਂ ਛੇਦ ਹੀ ਛੇਦ ਨੇ। The boy looked at his father and said, I did it because you asked me to. ਤੇ ਮੁੰਡਾ ਕਹਿੰਦਾ ਮੈਂ ਤਾਂ ਛੇਦ ਇਸ ਕਰਕੇ ਕੀਤੇ ਸੀ ਕਿਉਂਕਿ ਤੁਸੀਂ ਮੈਨੂੰ ਕਰਨ ਲਈ ਕਿਹਾ ਸੀ। I know, said the father. ਤੇ ਪਿਤਾ ਜੀ ਕਹਿੰਦੇ ਹਾਂ ਮੈਨੂੰ ਪਤਾ ਹੈ ਬੇਟਾ।
when you say things in anger they leave a scar just like this one। ਤੇ ਪਿਤਾ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਗੁੱਸੇ ਵਿੱਚ ਕੁਝ ਕਹਿੰਦੇ ਹੋ ਤਾਂ ਜਿਵੇਂ ਇੱਥੇ ਛੇਦ ਰਹਿ ਗਏ ਨੇ ਨਾ ਫੈਂਸ ਦੇ ਵਿੱਚ ਜਿਹਨੂੰ ਤੁਸੀਂ ਠੀਕ ਨਹੀਂ ਕਰ ਸਕਦੇ, ਉਵੇਂ ਹੀ ਇੱਕ ਦਾਗ, ਇੱਕ ਦਰਦ ਜਿਹੜਾ ਹੈ ਉਹ ਰਹਿ ਜਾਂਦਾ ਹੈ। You can put a knife in a man and draw it out। ਮੰਨ ਲਓ ਤੁਸੀਂ ਕਿਸੇ ਬੰਦੇ 'ਚ ਚਾਕੂ ਮਾਰਿਆ ਤੇ ਉਹਨੂੰ ਫਿਰ ਉਸ ਤੋਂ ਬਾਅਦ ਬਾਹਰ ਵੀ ਕੱਢ ਲਿਆ ਚਾਕੂ ਨੂੰ, ਛੁਰੀ ਨੂੰ। It won't matter how many times you say you are sorry। ਇਹ ਫਰਕ ਨਹੀਂ ਪਏਗਾ ਉਸ ਤੋਂ ਬਾਅਦ ਤੁਸੀਂ ਕਿੰਨੀ ਵਾਰ ਉਸ ਤੋਂ ਮਾਫੀ ਮੰਗਦੇ ਹੋ। The wound will always be there। ਜਿਹੜਾ ਜ਼ਖਮ ਹੈਗਾ ਉਹ ਤਾਂ ਹਮੇਸ਼ਾ ਰਹੇਗਾ ਨਾ। A wound given with your words is as bad as the one given with a knife। ਤੁਹਾਡੇ ਸ਼ਬਦਾਂ ਨਾਲ ਦਿੱਤਾ ਗਿਆ ਜ਼ਖਮ ਜਿਹੜਾ ਹੈ ਉਹ ਓਨਾ ਹੀ ਦਰਦਨਾਕ, ਓਨਾ ਹੀ ਮਾੜਾ ਹੈਗਾ ਜਿੰਨਾ ਕਿ ਇੱਕ ਚਾਕੂ ਨਾਲ ਮਾਰਿਆ ਹੋਇਆ ਜਿਹੜਾ ਜ਼ਖਮ ਹੈ ਉਹ ਹੁੰਦਾ। Don't you think the father gave a good piece of advice to the boy? ਤੁਹਾਨੂੰ ਨਹੀਂ ਲੱਗਦਾ ਵੀ ਪਿਤਾ ਜੀ ਨੇ ਮੁੰਡੇ ਨੂੰ ਇੱਕ ਚੰਗੀ ਸਲਾਹ ਦਿੱਤੀ, ਇੱਕ ਵਧੀਆ ਸਿੱਖ ਦਿੱਤੀ? Friends and loved ones are very important in our lives, like you are for us। ਦੋਸਤ ਅਤੇ ਜਿਹੜੇ ਸਾਡੇ ਆਲੇ ਦੁਆਲੇ ਸਾਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਨੇ ਉਹ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈਗੇ ਨੇ, ਜਿਵੇਂ ਤੁਸੀਂ ਸਭ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈਗੇ ਹੋ, ਬੱਚੇ ਅਧਿਆਪਕ ਦੀ ਜ਼ਿੰਦਗੀ ਵਿੱਚ। They make you smile and laugh। ਜਿਹੜੇ ਤੁਹਾਡੇ ਪਿਆਰ ਕਰਨ ਵਾਲੇ ਹੈਗੇ ਨੇ ਆਲੇ ਦੁਆਲੇ ਤੁਹਾਨੂੰ ਹਸਾਉਂਦੇ ਨੇ, ਮੁਸਕਰਾਉਂਦੇ ਨੇ। So be careful with your words। ਇਸ ਕਰਕੇ ਆਪਣੇ ਸ਼ਬਦਾਂ ਦੇ ਨਾਲ ਬੜਾ ਧਿਆਨ ਨਾਲ ਸੋਚ ਸਮਝ ਕੇ ਬੋਲੋ। If you do not want to lose your friends, ਜੇ ਤੁਸੀਂ ਆਪਣੀ ਦੋਸਤੀ ਨਹੀਂ ਤੋੜਨਾ ਚਾਹੁੰਦੇ ਤਾਂ ਸ਼ਬਦਾਂ ਦਾ ਸਹੀ ਇਸਤੇਮਾਲ ਕਰੋ। Let your words be kind। ਜਿਹੜੇ ਸ਼ਬਦ ਹੈਗੇ ਨੇ ਉਹ ਦਿਆਲੂ ਸ਼ਬਦ ਵਰਤੋ, ਏਦਾਂ ਦੇ ਨਹੀਂ ਜੋ ਛੁਰੀ ਵਾਂਗ ਜ਼ਖਮ ਕਰ ਜਾਣ। ਪੋਸਟ ਰੀਡਿੰਗ ਪੜਨ ਤੋਂ ਬਾਅਦ ਵੋਕੈਬਲਰੀ ਐਕਸਪੈਂਸ਼ਨ, ਨਵੇਂ ਸ਼ਬਦ ਸਿੱਖਾਂਗੇ। ਐਕਟੀਵਿਟੀ ਦਿੱਤੀ ਗਈ ਹੈ, solve the crossword puzzle given below। ਇਹ crossword puzzle ਹੈਗੀ ਹੈ, ਇਹਨੂੰ ਆਪਾਂ ਪੂਰਾ ਕਰਨਾ ਹੈ। read the hints meanings of the words given under across। across ਦਾ ਮਤਲਬ ਏਦਾਂ ਕਰਕੇ, ਠੀਕ ਹੈ। ਔਰ down, ਇੱਥੇ ਕੁਝ words ਦੱਸੇ ਗਏ ਨੇ, ਮਤਲਬ ਦੱਸਿਆ ਗਿਆ, ਆਪਾਂ ਇੱਥੇ ਜਿਹੜੇ words ਹੈਗੇ ਨੇ ਉਹ ਲਿਖਣੇ ਨੇ। the words are from the story। ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਜਿਹੜੇ words ਹੈਗੇ ਨੇ ਜੋ ਆਪਾਂ ਇਹਦੇ ਵਿੱਚ ਪੜ੍ਹਨੇ ਨੇ ਇਹ ਕਹਾਣੀ ਤੋਂ ਹੀ ਹੈਗੇ ਨੇ। ਸਭ ਤੋਂ ਪਹਿਲਾਂ ਆਪਾਂ across ਵਾਲੇ ਪੜਾਂਗੇ, ਆ ਜਿਵੇਂ ਏਦਾਂ ਕਰਕੇ ਜਿਹੜੇ ਹੈਗੇ ਨੇ, ਜਿਵੇਂ 6ਵਾਂ ਹੋ ਗਿਆ, 5ਵਾਂ ਹੋ ਗਿਆ, 9ਵਾਂ, 7ਵਾਂ, 10ਵਾਂ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ 5ਵਾਂ, able to manage, ਯਾਨੀ ਤੁਸੀਂ ਸਾਂਭ ਸਕਦੇ ਹੋ ਜਦ ਕਿਸੇ ਚੀਜ਼ ਨੂੰ ਤਾਂ ਆਪਾਂ ਕਹਿੰਦੇ ਆ able to manage। ਹੁਣ ਇਹਦਾ ਇੰਗਲਿਸ਼ ਦੇ ਵਿੱਚ ਆਪਾਂ ਕਹਿ ਸਕਦੇ ਆ ਕੰਟਰੋਲ, CONTROL। 6th, find something new। ਕੋਈ ਨਵੀਂ ਚੀਜ਼ ਖੋਜਣੀ, ਉਹ ਆ ਗਿਆ ਸਾਡੇ ਕੋਲ discover, DISCOVER। to take something, ਕਹਿਣ ਦਾ ਮਤਲਬ ਕੁਝ ਲੈਣਾ। ਹੁਣ 7th ਇੱਥੇ ਹੈਗਾ accept। ਜਦ ਤੁਸੀਂ ਕੁਝ ਲੈ ਲੈਂਦੇ ਹੋ, ਸਵੀਕਾਰ ਕਰ ਲੈਂਦੇ ਹੋ, ਉਹਨੂੰ ਆਪਾਂ ਕਹੀਦਾ accept। ਕੁਝ ਮੰਨਣਾ ਵੀ ਉਹਨੂੰ ਵੀ accept ਕਿਹਾ ਜਾਂਦਾ ਹੈ। barrier ਪੰਜਾਬੀ ਚ ਕਿਹਾ ਜਾਂਦਾ ਹੈ ਰੁਕਾਵਟ। 9th ਹੈਗਾ ਆਰਿਆ, fence। 10th a mark on the skin। ਸਾਡੀ skin ਤੇ ਕੋਈ ਨਿਸ਼ਾਨ, ਉਹਨੂੰ ਆਪਾਂ ਕਹਿੰਦੇ ਆ SCAR, scar। ਹੁਣ ਡਾਊਨ ਵਾਲੇ, ਥੱਲੇ ਵਾਲੇ। ਨੰਬਰ 1, hit something hard। ਕਿਸੇ ਸਖਤ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਜਦ ਆਪਾਂ ਮਾਰਦੇ ਆ, ਉਹ ਹੋ ਗਿਆ hammer, HAMMER। ਉਹਦੇ ਨਾਲ ਵੀ ਮਾਰਦੇ ਆ ਜਦ ਆਪਾਂ ਹਿੱਟ ਕਰਦੇ ਉਹਨੂੰ ਵੀ hammer। a tear in the skin, skin ਦੇ ਵਿੱਚ ਆਪਣੇ ਇੱਕ ਚੋਟ ਲੱਗ ਜਾਂਦੀ, ਠੀਕ ਹੈ, ਉਹਨੂੰ ਆਪਾਂ ਕੀ ਕਹਿ ਸਕਦੇ ਹਾਂ? ਦੂਜਾ ਨੰਬਰ ਇਹ ਰਿਹਾ wound। become lesser or smaller, ਘੱਟ ਹੋ ਜਾਣਾ, ਜਦ ਕੋਈ ਚੀਜ਼ ਘੱਟ ਜਾਂਦੀ ਹੈ, ਇਹ ਹੋ ਗਿਆ ਸਾਡੇ ਕੋਲ ਤੀਜਾ decrease, DECREASE।
EASE, गाइडिंग समवन, किसे नू सलाह देनी, मत देनी, इत्थे आएगा एडवाइस, ADVISE, ठीक है, A एक्स्ट्रा हैगा। A state of being angry or calm, गुस्से या आपां कह सकते हैं शांत होने की जिहड़ी स्थिति हुंदी है उहनूं आपां की कहंदे आ, TEMPER, टेंपर। हुण आपां अगे चलते हैं, एक होर एक्टिविटी दिती हुई है, रीड करना है ते कॉम्प्रीहेंड करना है, लर्निंग टू रीड एंड कॉम्प्रीहेंड। आंसर द फॉलोइंग क्वेश्चंस एज ब्रीफली एज यू कैन, ये सवालों के जवाब देने ने पर घट तो घट वर्ड्स यूज करके। पहला, Why did the boy have no friends? उस मुंडे दे कोई दोस्त क्यों नहीं सन? The boy had no friends because he always used bad language in a fit of anger. मुंडे दे दोस्त इसलिए नहीं सी क्योंकि वो हमेशा गुस्से विच माड़े या उपशब्दां दा इस्तेमाल करदा सी। दूजा, Why were the boy's parents worried? मुंडे दे मापे चिंतित क्यों सी? His parents were worried because he had a bad temper, क्योंकि ਉਹਦਾ ਸੁਭਾਅ बहुत बुरा सी, माड़ा सी, कहने ਦਾ मतलब ਉਹਨੂੰ गुस्सा आंदा रहंदा सी। तीजा, what task did the boy's father give him to do? ਮੁੰਡੇ ਦੇ ਪਿਤਾ ਜੀ ਨੇ ਉਹਨੂੰ ਕੀ ਕੰਮ ਕਰਨ ਲਈ ਕਿਹਾ? His father gave him a bag of nails and hammer. ਉਸਦੇ ਪਿਤਾ ਜੀ ਨੇ ਉਸਨੂੰ ਇੱਕ ਬੋਰੀ ਭਰ ਕੇ nails ਦੀ ਤੇ ਇੱਕ ਹਥੌੜਾ ਦੇ ਦਿੱਤਾ and said, ਇੱਥੇ ਕੌਮਾ ਬੰਦ ਹੋਣਗੇ, every time you lose your temper you must hammer a nail into the back of the fence। ਕਹਿਣ ਦਾ ਮਤਲਬ ਜਦ ਵੀ ਤੁਸੀਂ ਆਪਣਾ ਆਪਾ ਖੋਵੋਗੇ ਤਾਂ ਜਾ ਕੇ ਇੱਕ ਪਿੰਨ ਜਿਹੜਾ ਹੈ ਉਹ ਜਾ ਕੇ ਫੈਂਸ ਦੇ ਵਿੱਚ ਲਾ ਦਿਓ। Fourth, how did the task given by his father help the boy? ਉਸਦੇ ਪਿਤਾ ਦੁਆਰਾ ਦਿੱਤੇ ਗਏ ਕੰਮ ਨੇ ਮੁੰਡੇ ਦੀ ਕਿਵੇਂ ਮਦਦ ਕੀਤੀ? By hammering nails he discovered that it was easier to control the anger than to drive nails। ਇੱਥੇ drive भी लिख सकते हो, hammer भी लिख सकते हो। ਮੁੰਡੇ ਨੇ ਅਹਿਸਾਸ ਕੀਤਾ ਵੀ ਗੁੱਸੇ ਨੂੰ ਕੰਟਰੋਲ ਕਰਨਾ ਜ਼ਿਆਦਾ ਸੌਖਾ ਹੈ ਸਗੋਂ ਜਾ ਕੇ ਬਾਰ-ਬਾਰ ਕਿਲ ਜਿਹੜੇ ਹੈਗੇ ਨੇ ਉਹ ਫੈਂਸ ਦੇ ਵਿੱਚ ਲਾਉਣ ਤੋਂ। Fifth, what did the boy's father tell him after he had taken out all the nails? ਮੁੰਡੇ ਦੇ ਪਿਤਾ ਨੇ ਉਸਨੂੰ ਕੀ ਸਮਝਾਇਆ ਜਦ ਉਹਨੇ ਸਾਰੇ ਦੇ ਸਾਰੇ ਜਿਹੜੇ ਕਿਲ ਸੀਗੇ ਉਹ ਬਾਹਰ ਕੱਢ ਲਏ ਫੈਂਸ ਤੋਂ। The father told him that a wound given with the words is as bad as the one given with a knife। ਵੀ ਮੂੰਹ ਚੋਂ ਮਾੜਾ ਬੋਲਣਾ ਉਹਦੇ ਨਾਲ ਦਿੱਤੀ ਗਈ ਜਿਹੜੀ ਸੱਟ ਹੁੰਦੀ ਹੈ ਉਨੀ ਮਾੜੀ ਹੁੰਦੀ ਹੈ ਜਿੰਨੀ ਇੱਕ ਚਾਕੂ ਮਾਰੇ ਤੇ ਸੱਟ ਲੱਗਦੀ ਹੈ। Sixth, what is the moral of the story? कहानी तो सानू की सिख मिलती है? पहला आंसर ए या तुसी ए दे सकते हो, we should be polite to others and use kind words। या ता असी लिख सकते हैं भी सानू दूजिया नाल निमरता नाल गल करनी चाहिए है, वधिया गल मतलब आपां नू वर्ड्स यूज करने चाहिए ने। या तुसी लिख सकते हो, the moral of the story is that a wound given with a word is as इत्थे आएगा bad as the one given by a knife। ਵੀ ਜਿਹੜਾ ਜ਼ਖਮ ਆਪਾਂ ਸ਼ਬਦਾਂ ਨਾਲ ਮਾੜਾ ਬੋਲ ਕੇ ਕਿਸੇ ਨੂੰ ਦਿੰਦੇ ਆ ਉਨਾ ਹੀ ਮਾੜਾ ਹੁੰਦਾ ਜਿੰਨਾ ਕਿ ਚਾਕੂ ਦੇ ਮਾਰੇ ਤੇ ਜ਼ਖਮ ਹੁੰਦਾ। ਅਗਲੀ ਐਕਟੀਵਿਟੀ, write true or false in the given space against each statement। ਇੱਥੇ ਤੁਸੀਂ ਸਹੀ ਜਾਂ ਗਲਤ ਦੱਸਣਾ ਹੈ। ਪਹਿਲਾ, the boy had many friends, ਮੁੰਡੇ ਦੇ ਬਹੁਤ ਸਾਰੇ ਦੋਸਤ ਸਨ, false। पूरा लिख लियो, FALSE। He had a habit of using bad language, उसनू माड़ी भाषा वरतन दी आदत सी, true। His mother came up with a plan to help him, उसदी मदद करन दे लई ओदे मम्मी ने एक योजना बनाई, false, क्योंकि वो योजना बनाई सी ओदे पिताजी ने। The boy hammered 9 nails into the fence on his first day। ਮੁੰਡੇ ਨੇ ਆਪਣੇ ਪਹਿਲੇ ਦਿਨ ਜਦ ਉਹਨੂੰ ਗੁੱਸਾ ਆਇਆ ਤਾਂ ਉਹਨੇ ਵਾੜ ਦੇ ਵਿੱਚ ਫੈਂਸ ਦੇ ਵਿੱਚ 9 ਨੇਲਸ ਜਿਹੜੇ ਹੈਗੇ ਨੇ ਹੈਮਰ ਕੀਤੇ ਸੀ, ਨਹੀਂ ਇਹ ਤੋਂ ਵੱਧ ਕੀਤੇ ਸੀ। The boy never learned to control his temper। ਮੁੰਡੇ ਨੇ ਕਦੇ ਵੀ ਨਹੀਂ ਸਿੱਖਿਆ ਸੀ ਵੀ ਕਿਵੇਂ ਕਾਬੂ ਕਰਨਾ ਆਪਣੇ ਗੁੱਸੇ ਤੇ, ਨਹੀਂ ਉਹਨੇ ਸਿੱਖ ਲਿਆ ਸੀ ਗੁੱਸੇ ਤੇ ਕਾਬੂ ਕਰਨਾ।
अगला एक्टिविटी हैगी है सिलेक्ट द करेक्ट ऑप्शन एंड फिल इट इन द गिवन ब्लैंक। सही ऑप्शन चुन के इत्थे भरना है। पहला, द लिटिल बॉय वाज डिसलाइक बाय अदर बॉयज। ਉਹ ਛੋਟੇ ਜਿਹੇ ਮੁੰਡੇ ਨੂੰ ਬਾਕੀ ਲੋਕ ਨਾ ਪਸੰਦ ਕਰਦੇ ਸੀ। The boy had no friends because he used bad language। ਮੁੰਡੇ ਦੇ ਦੋਸਤ ਨਹੀਂ ਸੀ ਕਿਉਂਕਿ ਉਹ ਅਪਸ਼ਬਦ ਯੂਜ਼ ਕਰਦਾ ਸੀ, ਚੰਗਾ ਨਹੀਂ ਬੋਲਦਾ ਸੀ। His father thought of an advice to give him। ਉਹਦੇ ਪਿਤਾ ਜੀ ਨੇ ਉਸਨੂੰ ਇੱਕ ਐਡਵਾਈਸ ਦੇਣ ਬਾਰੇ ਸੋਚਿਆ। ਅਗਲਾ ਦੇਖੋ ਦਿੱਤਾ ਤਾਂ ਟਾਸਕ ਵੀ ਸੀਗਾ ਪਰ ਆਪਾਂ ਇਹਦੇ ਵਿੱਚ ਐਡਵਾਈਸ ਲਿਖਾਂਗੇ। ਐਡਵਾਈਸ ਇਹ ਦਿੱਤੀ ਸੀ ਵੀ ਬੇਟਾ ਜਦ ਵੀ ਤੈਨੂੰ ਗੁੱਸਾ ਆਏ ਤਾਂ ਤੂੰ ਜਾ ਕੇ ਕਿਲ ਜਿਹੜਾ ਹੈ ਉਹ ਫੈਂਸ ਦੇ ਵਿੱਚ ਫਿਕਸ ਕਰਦੀ। The father asked the boy to drive a nail into the fence whenever he felt angry। ਜਦ ਵੀ ਉਹਨੂੰ ਗੁੱਸਾ ਆਏ ਉਹ ਜਾ ਕੇ ਕਿਲ ਜਿਹੜਾ ਹੈ ਉਹ ਫੈਂਸ ਦੇ ਵਿੱਚ ਇੱਕ ਫਸਾ ਦੇ ਜਾਂ ਹੈਮਰ ਕਰ ਦੇ। Fifth, the father was able to teach him a lesson about good behavior। ਪਿਤਾ ਜੀ ਉਹਨੂੰ ਇੱਕ ਚੰਗਾ ਬਿਹੇਵੀਅਰ ਸਿਖਾਉਣ ਦੇ ਲਈ ਜਿਹੜਾ ਲੈਸਨ ਸੀ ਉਹ ਦੇ ਪਾਏ, ਉਹਨੂੰ ਸਿਖਾ ਪਾਏ ਵੀ ਇਹ ਜਿਹੜਾ ਸਬਕ ਹੈਗਾ ਉਹਦੇ ਲਾਈਫ ਪਰ ਕੰਮ ਆਊਗਾ। ਠੀਕ ਹੈ ਬੇਟਾ, ਇਹ ਸੀਗੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।